2020 ਦੇ ਵਿੱਚ ਇੱਕ ਟਵਿੱਟਰ ਅਕਾਊਂਟ ਤੇ ਸੀਐਮ ਨੇ ਇਹ ਕਿਹਾ ਸੀ, ਕੈਪਟਨ ਸਾਹਿਬ ਨੇ, ਕਿ ਜਿਹੜੀ ਉਮਰ ਹੱਦ ਹੈਗੀ ਅਸੀਂ 32 ਸਾਲ ਕਰਾਂਗੇ, ਪਰ ਹੁਣ ਇਹਨਾਂ ਨੇ ਉਹ ਤੋਂ ਵੀ ਮੁੱਕਰ ਗਏ। 7416 ਦੀਆਂ ਪੋਸਟਾਂ ਕੱਢੀਆਂ ਜਾਂਦੀਆਂ ਨੇ, ਜਿੱਦਾਂ ਬਾਈ ਹੋਰਾਂ ਦੇ ਦੱਸਣ ਮੁਤਾਬਕ 6200 ਰੱਖੇ ਜਾਂਦੇ ਆ। ਬਾਨੇ ਵਾਲਿਆਂ ਦਾ ਕੀ ਕਸੂਰ ਹੈ ਜੀ? ਇਹ ਮੰਨ ਕੇ ਹੁਣ ਅਸੀਂ ਕਹਿ ਦਈਏ ਵੀ ਕਰੋਨਾ ਕਰਕੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਖਤਮ ਹੋ ਚੁੱਕੀ ਹੈ। ਚੋਣਾਂ ਤੋਂ ਪਹਿਲਾਂ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਆਉਣ ਸਾਲ ਜਦੋਂ ਵੀ ਕੈਪਟਨ ਸਰਕਾਰ ਬਣੂਗੀ ਅਸੀਂ ਸਭ ਤੋਂ ਪਹਿਲਾਂ ਭਰਤੀ ਪੰਜਾਬ ਪੁਲਿਸ ਦੀ ਕਰਾਂਗੇ 4000 ਦੀ, ਪਰ ਉਹ 4000 ਭਰਤੀ 2021 ਤੱਕ ਵੀ ਨਹੀਂ ਆਈ ਜੀ। ਸਾਡੀ ਸਾਰੇ ਅਸੀਂ ਓਵਰਏਜ ਆ, ਜਰਨਲ ਕੈਟਾਗਰੀ ਨਾਲ ਸੰਬੰਧਿਤ ਆ, ਕਿਉਂਕਿ ਉਹਦੇ ਵਿੱਚ ਮੈਂਸ਼ਨ ਹੋਈ ਹੈ ਏਜ 28 ਸਾਲ ਜਰਨਲ ਕੈਟਾਗਰੀ ਦੀ, ਕਿਉਂਕਿ 28 ਸਾਲ ਤੋਂ ਅਸੀਂ ਸਾਰੇ ਉੱਪਰ ਆ, ਕੋਈ 2 ਮਹੀਨੇ ਕੋਈ 6 ਮਹੀਨੇ। 99 90 91 ਤੱਕ ਵਾਲੇ ਸਾਰੇ ਕਲੀਅਰ ਕਰਤੇ ਜੀ, ਕਿਉਂਕਿ ਉਹਨਾਂ ਦੀ ਵੱਡੀ ਏਜ ਸੀ, ਉਹ ਓਵਰੇਜ ਹੁੰਦੇ ਸੀ ਤੇ ਸਾਨੂੰ ਇਹਨਾਂ ਨੇ ਵੇਟਿੰਗ ਲਿਸਟ ਦੇ ਵਿੱਚ ਪਾਤਾ ਜੀ। ਉਸ ਤੋਂ ਬਾਅਦ ਕਿਉਂਕਿ ਸਾਡੀ ਉਦੋਂ ਉਮਰ 23 24 ਸਾਲ ਦੀ ਬਣਦੀ ਸੀ, ਇਹਨਾਂ ਨੂੰ ਸਰਕਾਰ ਨੂੰ ਐ ਸੀ ਵੀ ਚਲੋ ਇਹ ਅਗਲੀ ਭਰਤੀ ਟਰਾਈ ਕਰ ਲੈਣਗੇ, ਪਰ ਅਗਲੀ ਭਰਤੀ 5 ਸਾਲ ਬਾਅਦ ਨਾ ਆਉਣ ਕਾਰਨ ਦੀ ਅਸੀਂ ਹੁਣ ਸਰ ਓਵਰੇਜ ਹੋ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਗਰੇਵਾਲ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਇੱਕ ਸੁਨੇਹਾ ਹੈ ਕਿ ਭਾਈ ਨੌਜਵਾਨਾਂ ਨੂੰ ਜਿਹੜੀ ਨੌਕਰੀ ਦੇ ਰਹੇ ਆ, ਸਾਡੀ ਸਰਕਾਰ ਨੂੰ ਸਾਡੇ ਬੇਰੁਜ਼ਗਾਰ ਨੌਜਵਾਨ ਦਿਖੇ ਆ। ਬੇਰੁਜ਼ਗਾਰ ਦਿਖਦੇ ਉਹਦੀਆਂ ਜਦੋਂ ਕਿਤੇ ਵੋਟਾਂ ਆਉਂਦੀਆਂ ਨੇ, ਚਾਹੇ ਸਰਕਾਰ ਨੇ ਜਿਹੜਾ ਵੋਟਾਂ ਆਉਂਦੀਆਂ ਨੇ, ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਆ ਉਹ ਵੀ ਉਦੋਂ ਵਾਅਦੇ ਕਰਦੀ ਆ ਕਿ ਭਾਈ ਅਸੀਂ ਨੌਜਵਾਨਾਂ ਨੂੰ ਜਿਹੜੇ ਆ ਨੌਕਰੀਆਂ ਦੇਵਾਂਗੇ। ਜਿਹੜੀ ਸਰਕਾਰ ਨੇ ਆਉਣਾ ਹੁੰਦਾ ਵੋਟਾਂ ਵੇਲੇ, ਜਿਹੜੀਆਂ ਵੀ ਪਾਰਟੀਆਂ ਹੁੰਦੀਆਂ ਉਹ ਵੀ ਵੱਡੇ ਵੱਡੇ ਵਾਅਦੇ ਕਰਦੀਆਂ, ਪਰ ਮੈਂ ਫਿਰ ਕਹਿ ਰਿਹਾ ਕਿ ਦਿਸਦੇ ਨੌਜਵਾਨ ਬੇਰੁਜ਼ਗਾਰੀ ਉਹਦੀਆਂ ਜਦੋਂ ਵੋਟਾਂ ਦਾ ਸਮਾਂ ਹੁੰਦਾ, ਜਦੋਂ ਵੋਟਾਂ ਵਟੋਰਨੀਆਂ ਹੁੰਦੀਆਂ ਨੇ, ਦੁਬਾਰੇ ਸੱਤਾ ਦੇ ਵਿੱਚ ਆਉਣਾ ਹੁੰਦਾ, ਦੁਬਾਰੇ ਉਸ ਕੁਰਸੀ ਤੇ ਬੈਠਣਾ ਹੁੰਦਾ। ਅੱਜ ਮੇਰੇ ਨਾਲ ਕੁਝ ਨੌਜਵਾਨ ਨੇ, ਹਾਲਾਂਕਿ ਇੱਕ ਪੱਖੋਂ ਇਹ ਖੁਸ਼ ਵੀ ਨੇ ਕਿ ਚਲੋ ਭਾਈ ਜਾਂਦਿਆਂ ਸਹੀ ਕਿ ਸਰਕਾਰ ਨੇ ਐਲਾਨਿਆ ਤਾਂ ਹੈ ਕਿ ਭਾਈ ਅਸੀਂ ਨੌਕਰੀਆਂ ਦੇਵਾਂਗੇ, ਪਰ ਇਹਨਾਂ ਨੌਜਵਾਨਾਂ ਦਾ ਇੱਕ ਗਿਲਾ ਹੈ ਕਿਉਂਕਿ 2016 ਦੀ ਜਿਹੜੀ ਹੈ ਭਰਤੀ ਉਹ ਵੀ ਇਹਨਾਂ ਨੇ ਦੇਖੀ ਸੀ, ਉਦੋਂ ਵੀ ਇਹ ਵੇਟਿੰਗ ਲਿਸਟ ਦੇ ਵਿੱਚ ਰਹਿ ਗਏ। ਪਰ ਹੁਣ ਜਦੋਂ ਭਰਤੀ ਕੱਢੀ ਜਾਂਦੀ ਆ 4 ਸਾਲਾਂ ਬਾਅਦ, ਤਾਂ ਜਿਹੜੀ ਉਮਰ ਆ ਉਹ 28 ਸਾਲ ਆ। ਤਾਂ ਇਹਨਾਂ ਨੌਜਵਾਨਾਂ ਦਾ ਗਿਲਾ ਕੀ, ਇਹਨਾਂ ਦਾ ਨੌਜਵਾਨਾਂ ਦਾ ਗਿਲਾ ਹੈ ਕਿ ਸਾਡੀ ਜਿਹੜੀ ਉਮਰ ਆ ਉਹ ਵਧਾਈ ਜਾਵੇ, ਕਿਉਂਕਿ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਅਸੀਂ ਹਰ ਸਾਲ ਭਰਤੀ ਜਿਹੜੀ ਆ ਕਰਾਂਗੇ ਨੌਜਵਾਨਾਂ ਦੀ, ਬੇਰੁਜ਼ਗਾਰ ਨੌਜਵਾਨਾਂ ਦੀ, ਪਰ ਹਰ ਸਾਲ ਨਹੀਂ ਕੀਤੀ ਗਈ। ਜਾਣ ਵੇਲੇ ਜਿਹੜੀ ਆ ਕੀਤੀ ਗਈ, ਜਿਵੇਂ ਅਕਸਰ ਹੁੰਦਾ ਆਇਆ ਕਿ ਜਾਣ ਵੇਲੇ ਭਰਤੀਆਂ ਹੁੰਦੀਆਂ ਨੇ। ਤਾਂ ਫਿਰ ਇੱਥੇ ਇੱਕ ਗੱਲ ਪੁੱਛਣੀ ਲਾਜ਼ਮੀ ਹੈ ਕਿ ਇਹਨਾਂ ਨੌਜਵਾਨਾਂ ਦਾ ਕਸੂਰ ਕੀ ਹੈ, ਕਿਉਂਕਿ ਇੱਕ ਦਿਨ ਦੇ ਨਾਲ, ਇੱਕ ਮਿੰਟ ਦੇ ਨਾਲ ਨੌਜਵਾਨ ਦੀ ਉਮਰ ਵੱਧਦੀ ਹੈ, ਤੇ ਉਮਰ ਜਿਹੜੀ ਆ ਉਹ ਤੁਸੀਂ 28 ਸਾਲ ਰੱਖੀ ਆ। ਸੋ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਹਿਲੇ ਤਾਂ ਗੱਲ ਇਹ ਹੋਵੇਗੀ ਕਿ ਪਿਛਲੇ ਸਾਲ ਜੇ ਵੇਟਿੰਗ ਲਿਸਟ ਦੇ ਵਿੱਚ ਇਹ ਸੀ ਤਾਂ ਕਿਉਂ ਰਹਿ ਗਏ, ਤੇ ਇਸ ਵਾਰ ਸਰਕਾਰ ਤੋਂ ਜਿਹੜਾ ਗਿਲਾ ਆ ਉਹ ਕੀ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਕੀ ਨਾਮ ਆ ਤੁਹਾਡਾ? ਗਗਨਦੀਪ ਸਿੰਘ ਬਾਈ ਜੀ। ਕੀ ਗਿਲਾ ਆ ਜਿਹੜੀ ਇਹ ਸਰਕਾਰ ਨੇ ਭਰਤੀ ਐਲਾਨੀ ਆ? ਹਾਲਾਂਕਿ ਅਫੀਸ਼ੀਅਲ ਹਰੇ ਐਲਾਨਣੀ ਬਾਕੀ ਆ, ਪਰ ਕੀ ਗਿਲਾ ਆ ਇਹਨਾਂ ਨੇ ਬਾਈ ਜੀ 2016 ਤੋਂ ਬਾਅਦ 2020 ਦੇ ਵਿੱਚ, ਹੁਣ 21 ਦੇ ਵਿੱਚ ਐਲਾਨ ਕੀਤਾ ਭਰਤੀ ਦਾ। 2020 ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਵੀ ਭਰਤੀ ਹੋਊਗੀ ਹੁਣ ਉਹਦੇ ਵਿੱਚ ਅਸੀਂ ਉਮਰ 32 ਸਾਲ ਕਰਾਂਗੇ, ਪਰ ਜਿਹੜਾ ਹੁਣ ਇਹਨਾਂ ਨੇ ਇੱਕ ਅਪਡੇਟ ਪਾਈ ਹੈ ਉਹਦੇ ਵਿੱਚ ਇਹਨਾਂ ਨੇ ਉਮਰ ਹੱਦ 28 ਸਾਲ ਹੀ ਰੱਖੀ ਹੈ, ਜਿਹਦੇ ਕਰਕੇ ਹੁਣ ਅਸੀਂ 5-4 ਸਾਲ ਲੇਟ ਹੋਣ ਕਰਕੇ ਸਾਡੇ ਸਾਰੇ ਓਵਰਏਜ ਨਾ ਹੋ ਗਏ ਜੀ। ਅਸੀਂ ਕਿਸੇ ਦੇ 1 ਮਹੀਨਾ ਏਜ ਟੱਪ ਗਈ, ਉਤਰੀ ਕਿਸੇ 2 ਮਹੀਨੇ ਏਜ ਟੱਪ ਗਈ ਜੀ। ਅੱਛਾ, ਇਸ ਦਾ ਕੋਈ ਤੁਸੀਂ ਸਰਕਾਰ ਤੱਕ ਪਹੁੰਚ ਕੀਤੀ ਸੀ? ਕਿਸੇ ਸਰਕਾਰੀ ਦਰਬਾਰੇ ਤੱਕ ਇਸ ਚੀਜ਼ ਦੀ ਪਹੁੰਚ ਹੋਈ ਸੀ? ਇਸ ਤੋਂ ਪਹਿਲਾਂ ਗੱਲਬਾਤ ਹੋਈ ਆ ਕਿ ਭਾਈ ਉਮਰ ਜਿਹੜੀ ਆ ਉਹ ਵਧਾਈ ਜਾਵੇ? ਹਾਂਜੀ, ਅਸੀਂ ਪਿਛਲੀ ਵਾਰ ਵੀ ਲੈਟਰ ਵੀ ਲਿਖ ਕੇ ਭੇਜੇ ਸੀ ਜੀ। 2017 ਦੇ ਵਿੱਚ ਅਸੀਂ ਲੈਟਰ ਲਿਖ ਕੇ ਭੇਜਿਆ ਸੀ, ਆਪਣੇ ਐਸਐਸਪੀ ਸਾਹਿਬ ਨੂੰ ਵੀ ਮਿਲੇ ਸੀ, ਜ਼ਿਲ੍ਹੇ ਦੇ ਨੂੰ ਡੀਸੀ ਸਾਹਿਬ ਨੂੰ ਵੀ ਮਿਲੇ ਸੀ ਜੀ। ਇਸ ਤੋਂ ਬਾਅਦ ਅਸੀਂ ਲੈਟਰ ਭੇਜਿਆ ਡੀਜੀਪੀ ਦੇ ਆਫਿਸ ਦੇ ਵਿੱਚ ਜੀ, ਤੇ ਸੀਐਮ ਨੂੰ ਵੀ ਭੇਜਿਆ ਸੀ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਦੋਂ। ਇਸ ਤੋਂ ਬਾਅਦ ਉਸ ਤੇ ਕੋਈ ਵੀ ਗੱਲਬਾਤ ਨਹੀਂ, ਕੋਈ ਗੱਲਬਾਤ ਨਹੀਂ। ਹਾਂਜੀ, ਬਸ ਇਹਨਾਂ ਨੇ ਇਸ ਤੋਂ ਬਾਅਦ ਥੋੜ੍ਹੇ 2020 ਦੇ ਵਿੱਚ ਇੱਕ ਟਵਿੱਟਰ ਅਕਾਊਂਟ ਤੇ ਸੀਐਮ ਨੇ ਇਹ ਕਿਹਾ ਸੀ, ਕੈਪਟਨ ਸਾਹਿਬ ਨੇ, ਕਿ ਜਿਹੜੀ ਉਮਰ ਹੱਦ ਹੈਗੀ ਅਸੀਂ 32 ਸਾਲ ਕਰਾਂਗੇ, ਪਰ ਹੁਣ ਇਹਨਾਂ ਨੇ ਉਹ ਤੋਂ ਵੀ ਮੁੱਕਰ ਗਏ। ਹੁਣ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਜੀ। ਜਿਹੜੇ ਬਾਈ ਟਵੀਟ ਦੀ ਗੱਲ ਕਰ ਰਿਹਾ, ਤੁਸੀਂ ਇਸ ਵਕਤ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋਵੋਗੇ ਕਿ ਟਵੀਟ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਜਿਹਦੇ ਵਿੱਚ ਇਹ ਕਹਿ ਰਿਹਾ ਕਿ ਡੀਐਸਪੀ ਤੇ ਸਬ ਇੰਸਪੈਕਟਰ ਦੀ ਜਿਹੜੀ ਉਮਰ ਆ ਅਸੀਂ ਵਧਾ ਕੇ 28 ਤੋਂ 32 ਸਾਲ ਕਰਾਂਗੇ। ਹਾਲਾਂਕਿ ਗੱਲ ਜਿਹੜੀ ਆ ਡੀਐਸਪੀ ਤੇ ਸਬ ਇੰਸਪੈਕਟਰ ਦੀ ਕੀਤੀ ਗਈ ਸੀ, ਪਰ ਉਹ ਵੀ ਹਾਲੇ ਤੱਕ ਜਿਹੜੀ ਨਹੀਂ ਕੀਤੀ ਗਈ। ਬਾਈ ਜੀ, ਪਿਛਲੀ ਵਾਰ 2016 ਦੀ ਭਰਤੀ ਤੁਸੀਂ ਦੇਖੀ ਸੀ? ਹਾਂਜੀ, ਉਹਦੇ ਵਿੱਚ ਕੀ ਰਹਿ ਗਿਆ ਸੀ?
ਦੇਖੋ ਜੀ, ਮੈਂ 2011 ਤੋਂ ਭਰਤੀ ਵੇਖਦਾ। 2011 ਦੇ ਵਿੱਚ ਅਸੀਂ ਦੇਖੀਏ ਜੀ, ਤੇ ਇਹਨਾਂ ਨੇ +2 ਦੇ ਆਪਣੀ ਭਰਤੀ ਕੀਤੀ ਸੀ। ਉਹਦੇ ਵਿੱਚ BA ਤੇ MA ਹਾਈ ਕੁਆਲੀਫਿਕੇਸ਼ਨ ਦੇ ਨੰਬਰ ਜਿਹੜੇ ਉਹ ਮੈਂਸ਼ਨ ਹੋਏ ਸੀਗੇ। ਉਹਦੇ ਮਤਲਬ ਇਹ ਆ ਵੀ ਜਿਨ੍ਹਾਂ ਦੇ ਹਾਈ ਕੁਆਲੀਫਿਕੇਸ਼ਨ ਸੀਗੇ 6 ਫੁੱਟ ਕੱਦ ਸੀਗਾ, ਉਹ ਭਰਤੀ ਹੋ ਗਏ ਜੀ। ਸਾਡੀ ਉਦੋਂ +2 ਸੀ, ਅਸੀਂ ਨਹੀਂ ਹੋ ਸਕੇ। ਉਸ ਤੋਂ ਬਾਅਦ 2016 ਦੇ ਵਿੱਚ ਭਰਤੀ ਵੇਖੀ, ਉਹਦੇ ਵਿੱਚ ਇਹਨਾਂ ਨੇ +2 ਰੱਖੀ ਬਾਦਲ ਸਰਕਾਰ ਨੇ। ਅੱਛਾ ਜੀ, ਜਦੋਂ ਉਹ ਭਰਤੀ ਆਈ ਉਦੋਂ ਉਹ ਮੰਨ ਕੇ ਚਲੋ ਸਾਡੇ ਨੰਬਰ ਸੀਗੇ ਜਿਹੜੇ, ਉਹਦੇ ਵਿੱਚ ਸਾਡਾ ਸਮੈਸਟਰ ਅਸੈਸਮੈਂਟ ਨਹੀਂ ਸੀਗਾ +2 ਦੇ ਵਿੱਚ। ਅਸੀਂ ਉਦੋਂ ਫੇਰ ਰਹਿ ਗਏ ਕਿਉਂਕਿ ਸਾਡੇ ਨੰਬਰ 28 ਰਹਿ ਗਏ, ਜਿਨ੍ਹਾਂ ਉਹ ਚੀਜ਼ ਦਾ ਕਈ ਕੈਂਡੀਡੇਟ ਫਾਇਦਾ ਲੈ ਕੇ ਜਿਨ੍ਹਾਂ ਕੋਲ ਅਸੈਸਮੈਂਟ ਸੀ, ਸਮੈਸਟਰ ਸੀਗਾ, ਤੇ ਸਾਡੇ ਕੋਲ ਨਹੀਂ ਸੀਗਾ। ਅਸੀਂ ਵੇਟਿੰਗ ਦੇ ਵਿੱਚ ਆ ਗਏ। ਤੇ ਹੁਣ ਜਿਹੜੀ 2021 ਦੇ ਵਿੱਚ ਜਿਹੜੀ ਹੁਣ ਇਹਨਾਂ ਨੇ ਲੇਟੈਸਟ ਅਪਡੇਟ ਪੰਜਾਬ ਪੁਲਿਸ ਭਰਤੀ ਦਾ ਦਿੱਤਾ ਹੈਗਾ, ਉਹਦੇ ਵਿੱਚ ਜੀ ਸਾਡੀ ਸਾਰਿਆਂ ਦੀ ਮੰਨ ਕੇ ਜਿੰਨੇ ਵੀ ਅਸੀਂ ਕੈਂਡੀਡੇਟ ਖੜੇ ਆ, ਸਾਡੀ ਸਾਰੇ ਅਸੀਂ ਓਵਰਏਜ ਆ, ਜਰਨਲ ਕੈਟਾਗਰੀ ਨਾਲ ਸੰਬੰਧਿਤ ਆ। ਕਿਉਂਕਿ ਉਹਦੇ ਵਿੱਚ ਮੈਂਸ਼ਨ ਹੋਈ ਹੈ ਏਜ 28 ਸਾਲ ਜਰਨਲ ਕੈਟਾਗਰੀ ਦੀ, ਕਿਉਂਕਿ 28 ਸਾਲ ਤੋਂ ਅਸੀਂ ਸਾਰੇ ਉੱਪਰ ਆ, ਕੋਈ 2 ਮਹੀਨੇ ਕੋਈ 6 ਮਹੀਨੇ। ਕਿਉਂਕਿ ਦੇਖਿਆ ਜਾਵੇ ਜੀ, ਸਾਰੀਆਂ ਜਿਹੜੀਆਂ ਆਪਣੀਆਂ ਗਵਾਂਢੀ ਸਟੇਟਾਂ ਹਰਿਆਣਾ, ਰਾਜਸਥਾਨ ਆ, ਉਹਨਾਂ ਨੇ EWS ਜਿਹੜੀ ਹੈਗੀ ਆ ਉਹਨੂੰ ਵੀ ਛੋੜ ਦਿੱਤੀ ਹੋਈ ਆ। ਤੇ ਵੈਸੇ ਜੇ ਆਪਾਂ ਵੇਖਿਆ ਜਾਵੇ ਸੈਂਟਰ ਦੀ ਜਿਹੜੀ BSF ਵਗੈਰਾ ਆਉਂਦੀ ਆ, ਆਰਮੀ ਦੀ ਭਰਤੀ ਆਉਂਦੀ ਆ, ਉਹਦੇ ਵਿੱਚ ਵੀ 1 ਸਾਲ ਦਾ ਰਿਲੈਕਸੇਸ਼ਨ ਕਰੋਨਾ ਪੀਰੀਅਡ ਦਾ ਦਿੱਤਾ ਹੋਇਆ। ਕਿਉਂਕਿ ਕਿਸੇ ਦਾ ਕਸੂਰ ਤਾਂ ਹੈ ਨਹੀਂ ਨਾ ਜੀ। ਕਰੋਨਾ ਕਰਕੇ ਵੇਖੋ ਮੁੰਡੇ ਵੇਟ ਕਰਦੇ ਰਹੇ, ਤਿਆਰੀ ਕਰੀ ਜਾਂਦੇ ਆ, ਐਗਜ਼ਾਮ ਦੀ ਵੀ ਕਰੀ ਜਾਂਦੇ ਆ, ਫਿਜ਼ੀਕਲ ਤਿਆਰੀ ਕਰੀ ਜਾਂਦੇ, ਵੀ ਚਲ ਹਰ ਇੱਕ ਨੂੰ ਆਸ ਹੁੰਦੀ ਆ ਵੀ ਅਸੀਂ ਆਪਣੇ ਮਾਂ ਪਿਓ ਦੀ ਸੇਵਾ ਕਰ ਸਕੀਏ ਨਾ, ਭਰਤੀ ਹੋ ਕੇ ਵੀ ਆਪਣੇ ਪੰਜਾਬ 'ਚ ਮੰਨ ਕੇ ਆਪਾਂ ਸੇਵਾ ਪੁਲਿਸ ਦੇ ਵਿੱਚ ਵਧੀਆ ਨਿਭਾ ਸਕੀਏ, ਕਿਉਂਕਿ ਹਰ ਇੱਕ ਕੈਂਡੀਡੇਟ ਦਾ ਸੁਪਨਾ ਹੈ। ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਇਹੀ ਆਸ ਕਰਦੇ ਆ ਸਾਡੇ ਮਾਨਯੋਗ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਤੇ DGP ਸਾਹਿਬ ਸਾਡੇ ਜਿਹੜੇ ਹੈਗੇ ਦਿਨਕਰ ਗੁਪਤਾ, ਅਸੀਂ ਉਹਨਾਂ ਤੋਂ ਇਹੀ ਆਸ ਕਰਦੇ ਆ। ਕਿਉਂਕਿ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ 1-1.5 ਮਹੀਨੇ ਦੇ ਵਿੱਚ ਜਿਹੜੀ ਭਰਤੀ ਹੈ ਉਹ ਅਨਾਉਂਸ ਹੋ ਜਾਣੀ ਹੈ, ਤੇ ਸਾਡੀ ਉਮਰ ਨੂੰ ਜਿਹੜੀ ਉਹ 32 ਸਾਲ ਹੋਣੀ ਚਾਹੀਦੀ ਹੈ। 18 ਤੋਂ 32 ਸਾਲ ਜਰਨਲ ਕੈਟਾਗਰੀ ਕਾਂਸਟੇਬਲ, ਹੈੱਡ ਕਾਂਸਟੇਬਲ 28 ਤੋਂ 32 ਸਾਲ, ਹਾਂਜੀ 28 ਤੋਂ 32 ਸਾਲ ਦੀ ਅਸੀਂ ਮੰਗ ਕਰਦੇ ਹਾਂ। ਤੇ ਸਾਡਾ ਇਹੀ ਹੈ ਜੀ, ਧੰਨਵਾਦ ਬਹੁਤ ਬਹੁਤ ਹੋਊਗਾ ਕੈਪਟਨ ਸਾਹਿਬ ਸਾਡੇ ਮਾਨਯੋਗ ਅਮਰਿੰਦਰ ਸਿੰਘ ਕੈਪਟਨ ਸਾਹਿਬ ਤੇ DGP ਸਾਹਿਬ ਦਿਨਕਰ ਗੁਪਤਾ ਜੀ ਦਾ, ਵੀ ਅਸੀਂ ਉਹਨਾਂ ਤੋਂ ਇਹੀ ਆਸ ਰੱਖਦੇ ਹਾਂ ਵੀ ਸਾਡੀ ਜਿਹੜੀ ਇਹ ਗੱਲ ਹੈ ਉਹਨਾਂ ਤੱਕ ਜ਼ਰੂਰ ਪਹੁੰਚੂਗੀ ਤੇ ਮੰਨਣਗੇ ਜ਼ਰੂਰ ਜੀ ਉਹ। ਆਪਾਂ ਅੱਗੇ ਆ ਜਾਈਏ, ਤੁਹਾਡੇ ਫੇਸ ਤੇ ਧੁੱਪ ਪੈ ਰਹੀ ਆ। ਅੱਛਾ, ਜਿਹੜੀ 2016 ਦੇ ਵਿੱਚ ਭਰਤੀ ਹੋਈ ਸੀ ਉਹਦੇ ਵਿੱਚ ਵੇਟਿੰਗ ਦੇ ਵਿੱਚ ਰੱਖਿਆ ਗਿਆ ਸੀ, ਜਾਂ ਇਹ ਸੀ ਵੀ ਅਨਾਉਂਸਮੈਂਟ ਵੱਧਦੀ ਹੋਈ ਸੀ ਤੇ ਰੱਖੇ ਘੱਟ ਗਈ ਸੀ ਵੇਟਿੰਗ ਦੇ ਵਿੱਚ, ਤਾਂ ਰੱਖਣ ਦਾ ਮਤਲਬ ਤਾਂ ਹੀ ਬਣਦਾ? ਹਾਂਜੀ ਕਿੰਨੀ ਸੀ? ਦੇਖੋ ਜੀ, ਟੋਟਲ ਜਿਹੜੀ ਵੈਕੈਂਸੀ ਸੀਗੀ ਉਹ 7416 ਸੀ। ਉਹਦੇ ਵਿੱਚੋਂ ਚਲੋ ਵੱਖੋ ਵੱਖਰੇ ਕੋਟੇ ਹੁੰਦੇ ਆ। ਜੇ ਆਪਾਂ ਮੰਨ ਕੇ ਚਲੋ ਸੁਖਬੀਰ ਸਿੰਘ ਬਾਦਲ ਜੀ ਨੇ ਉਦੋਂ ਮੋਹਾਲੀ ਦੇ ਵਿੱਚ ਜਿਹੜੇ ਜੁਆਇਨਿੰਗ ਲੈਟਰ ਦਿੱਤੇ ਸੀਗੇ, ਉਹਦੇ ਵਿੱਚ 5500 ਕੁੜੀ ਮੁੰਡਾ ਸੀਗਾ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤੇ। ਉਸ ਤੋਂ ਬਾਅਦ ਕਹਿ ਰਹੇ ਸੀਗੇ ਵੀ ਕਿਸੇ ਦੇ ਮੰਨ ਕੇ ਚੱਲ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਸੀਗੇ ਉਹ ਗਲਤ ਪਾਈ ਗਈ ਹੈ। ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ 300-400 ਪਤਾ ਨਹੀਂ 500 ਕੈਂਡੀਡੇਟ ਕੁਝ ਬਸ ਇੰਨੇ ਕੁ ਸੱਦੇ ਹੋਏ ਸੀਗੇ, ਟ੍ਰੇਨਿੰਗ ਸੈਂਟਰ 'ਚ ਗਏ ਆ। ਟੋਟਲ 62-6300 ਕੈਂਡੀਡੇਟ ਸੀ, ਤੇ ਬਾਕੀ ਉਹਨਾਂ ਨੇ ਵੇਟਿੰਗ ਦੇ ਜਿਹੜੇ ਲਿਸਟ ਦੇ ਵਿੱਚ ਰੱਖੇ ਸੀਗੇ ਉਹਨਾਂ ਨੂੰ ਨਾ ਕਿਸੇ ਨੂੰ ਬੁਲਾਇਆ। ਕਿਉਂਕਿ ਹਾਈ ਕੋਰਟ ਦੇ ਵਿੱਚ ਜਿਹੜੇ ਉਹਦੇ ਦਰਵਾਜ਼ੇ ਖੜਕਾਏ ਕਈ ਕੈਂਡੀਡੇਟ ਨੇ, ਅੱਜ ਵੀ 4.5 ਸਾਲ ਹੋ ਚੁੱਕਿਆ ਉਹ ਗੱਲਾਂ ਨੂੰ ਮੰਨ ਕੇ ਚੱਲੋ ਵੀ ਉਹਨਾਂ ਨੇ ਨਾ ਸਾਡੀ ਕੋਰਟ ਨੇ ਹਜੇ ਤੱਕ ਕੋਈ ਸੁਣਵਾਈ ਕੀਤੀ ਹੈ। ਕਹਿ ਰਹੇ ਆ ਵੀ ਇੰਨੀਆਂ ਪੋਸਟਾਂ ਖਾਲੀ ਅਸੀਂ ਰੱਖਾਂਗੇ, ਤੇ ਹਜੇ ਤੱਕ ਸਾਨੂੰ ਕੋਈ ਮੰਨ ਕੇ ਚੱਲੋ ਉੱਧਰੋਂ ਵੀ ਕੋਈ ਆਰਡਰ ਨਹੀਂ ਆਇਆ, ਤੇ ਮਹਿਕਮਾ ਵੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਸਾਡੇ ਕੋਲ ਇੰਨੀਆਂ ਖਾਲੀ ਹੈ ਵੀ ਅਸੀਂ ਉਹਨਾਂ ਨੂੰ ਰੱਖਣਾ ਹੈਗਾ। ਕਿਉਂਕਿ ਅਸੀਂ ਤਾਂ ਹੁਣ ਕਿਸੇ ਪਾਸੇ ਜੋਗੇ ਨਹੀਂ ਰਹੇ, ਓਵਰਏਜ ਹੋ ਚੁੱਕੇ ਹਾਂ, ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ। ਅੱਛਾ, ਜਦੋਂ ਅਮਰਿੰਦਰ ਸਿੰਘ ਜੀ ਦਾ ਕੈਪਟਨ ਅਮਰਿੰਦਰ ਸਿੰਘ ਦਾ ਲਾਈਵ ਸੈਸ਼ਨ ਹੁੰਦਾ ਉਦੋਂ ਵੀ ਇਹ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਸਾਡਾ ਵੇਟਿੰਗ ਲਿਸਟ ਦੇ ਵਿੱਚ ਆ, ਜੇ ਵੇਟਿੰਗ ਲਿਸਟ ਚੱਕ ਲੈਣਗੇ ਸਾਡਾ ਤਾਂ ਹੀ ਕੰਮ ਬਣ ਜਾਊਗਾ, ਉਦੋਂ ਇਹ ਸਵਾਲ ਉਠਾਇਆ? ਹਾਂਜੀ, ਅਸੀਂ ਕਈ ਵਾਰ ਟਵੀਟ ਕੀਤਾ ਜੀ, ਸਾਰੇ ਮੁੰਡਿਆਂ ਨੇ ਆਪਣੇ ਪੰਜਾਬ ਤੋਂ ਕਈ ਮੁੰਡਿਆਂ ਨੇ ਟਵੀਟ ਵੀ ਗਏ ਆ। ਪਤਾ ਨਹੀਂ ਹੁਣ ਸਰਕਾਰ ਦਾ ਵੀ ਇਹ ਚੀਜ਼ਾਂ ਨੂੰ ਦੇਖਦੀ ਆ ਜਾਂ ਨਹੀਂ ਦੇਖਦੀ, ਕਿਉਂਕਿ ਹਰ ਇੱਕ ਨੌਜਵਾਨ ਦਾ ਸੁਪਨਾ ਤਾਂ ਇਹੀ ਆ ਵੀ ਸਾਨੂੰ ਰੱਖਿਆ ਜਾਵੇ। ਪਰ ਹੁਣ ਉਹ ਸਰਕਾਰ ਦਾ ਕਹਿੰਦੇ ਹੁੰਦੇ ਵੀ ਹੁਣ ਜਿਵੇਂ ਸਾਨੂੰ ਜਿਵੇਂ ਹੁਣ ਇਲੈਕਸ਼ਨ ਆ ਗਏ, ਸਾਨੂੰ ਮਾਣ ਆ ਵੀ ਹੁਣ ਸਾਡੇ ਇਹ ਸੁਣਵਾਈ ਹੈ ਜਿਹੜੀ ਉਹ ਜ਼ਰੂਰ ਪੂਰੀ ਹੋਊਗੀ, ਤੇ ਸਾਨੂੰ ਇਹੀ ਆਸ ਹੈ ਜੀ ਕੈਪਟਨ ਸਾਹਿਬ ਤੋਂ ਵੀ ਸਾਡੀ ਜਿਹੜੀ ਇਹ ਮੰਗ ਹੈ ਇਹ ਜ਼ਰੂਰ ਪੂਰੀ ਕਰਨ। ਉਹ ਰੱਖੇ ਕਿੰਨੇ ਗਏ ਸੀ? 5800 ਕਿੰਨੇ ਰੱਖੇ ਗਏ? ਉਦੋਂ 6200 ਕੈਂਡੀਡੇਟ। ਕਿੰਨੀ ਸੀ ਪੂਰੀ ਪੋਸਟ? 7416 ਜੀ। ਸੋ 7416 ਦੀਆਂ ਪੋਸਟਾਂ ਕੱਢੀਆਂ ਜਾਂਦੀਆਂ ਨੇ, ਜਿੱਦਾਂ ਬਾਈ ਹੋਰਾਂ ਦੇ ਦੱਸਣ ਮੁਤਾਬਕ 6200 ਰੱਖੇ ਜਾਂਦੇ। ਇਹਨਾਂ ਦੀ ਵੇਟਿੰਗ ਲਿਸਟ ਸ਼ਾਇਦ ਬਾਈ ਲਿਸਟ ਵੀ ਤੁਹਾਡੇ ਕੋਲ ਆ, ਮੈਂ ਤੁਹਾਨੂੰ ਲਿਸਟ ਵੀ ਦਿਖਾ ਦਵਾਂਗਾ ਕਿ ਇਹ ਵੇਟਿੰਗ ਲਿਸਟ ਦੇ ਵਿੱਚ ਬਾਈ ਹੋਰਾਂ ਦੇ ਨਾਮ ਆ। ਜਿਹੜੀ ਇਹ ਵੇਟਿੰਗ ਲਿਸਟ ਲਈ ਬੈਠੇ ਆ ਇਹ 2016 ਦੀ ਆ। 16 ਦੇ ਵਿੱਚ ਜਿਹੜਾ ਇਹਨਾਂ ਨੂੰ ਵੇਟਿੰਗ ਲਿਸਟ ਦੇ ਵਿੱਚ ਰੱਖਿਆ ਗਿਆ, ਜਿਉਂ ਕਹਿ ਲਈਏ ਇੱਕ ਆਸ ਵੱਜੀ ਸੀ ਇਹਨਾਂ ਨੂੰ ਇੱਕ ਆਸ ਵੱਜੀ ਸੀ ਕਿ ਭਾਈ ਹੁਣ ਸਾਡੇ ਨੰਬਰ ਨੇੜੇ ਆ, ਸਾਡੀ ਸ਼ਾਇਦ ਜਿਹੜੀ ਆ ਅਸੀਂ ਵੀ ਨੌਕਰੀਆਂ ਤੇ ਹੋਈਏ, ਅਸੀਂ ਵੀ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਆ ਭਰਤੀ ਹੋਵਾਂਗੇ। ਪਰ ਉਸ ਤੋਂ ਬਾਅਦ ਜਿਹੜੀ ਆ ਸਰਕਾਰ ਬਦਲਦੀ ਆ, ਸਰਕਾਰ ਬਦਲਣ ਤੋਂ ਬਾਅਦ ਇਹ ਜਿਹੜੇ ਆ ਜਿਉਂਦੇ ਤਿਉਂ
ਉੱਥੇ ਦੇ ਉੱਥੇ ਹੀ ਰਹਿੰਦੇ ਆ, ਜਾਂ ਉਹ ਕਹ ਲਈ ਕਿ ਬੇਰੁਜ਼ਗਾਰ ਸੀ ਤੇ ਬੇਰੁਜ਼ਗਾਰ ਹੀ ਅੱਜ ਆ। ਹਾਲਾਂਕਿ ਇਹਨਾਂ ਨੇ ਕੇਸ ਵੀ ਲੱਗਿਆ ਹੋਇਆ, ਕੇਸ ਦੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ, ਜਾਂ ਫਿਰ ਇਉਂ ਕਹਿ ਲਈਏ ਕਿ ਜੇਕਰ ਸ਼ਾਇਦ ਸਰਕਾਰ ਤੱਕ ਹੋ ਸਕਦਾ ਪਹੁੰਚ ਹੁੰਦੀ ਵੀ ਹੋਵੇ, ਹੋ ਸਕਦਾ ਇਹ ਗੱਲ ਸਰਕਾਰ ਤੱਕ ਪਹੁੰਚਦੀ ਹੋਵੇ, ਪਰ ਉੱਥੇ ਇੱਕ ਫਿਰ ਜਿਵੇਂ ਕਹਿ ਲਈਏ ਕਿ ਗੱਲ ਆ ਜਾਂਦੀ ਹੈ ਕਿ ਭਾਈ ਇਹ ਤਾਂ ਫਿਰ ਪਿਛਲੀ ਸਰਕਾਰ ਨੇ ਰੱਖਿਆ ਸੀ, ਹੁਣ ਤਾਂ ਅਗਲੀ ਸਰਕਾਰ ਆ, ਅਸੀਂ ਤਾਂ ਆਪਦੇ ਭਰਤੀਆਂ ਕੱਢਾਂਗੇ, ਅਸੀਂ ਤਾਂ ਆਪਦੇ ਹੀ ਰੱਖਾਂਗੇ। ਤੇ ਇੱਥੇ ਇਹ ਵੀ ਸੋਚਣਯੋਗ ਗੱਲ ਆ ਕਿ ਯਾਰ ਜੇ 10,000 ਅਨਾਊਂਸਮੈਂਟ ਹੁੰਦੀ ਆ ਤਾਂ ਉਹਦੇ ਵਿੱਚੋਂ ਰੱਖੇ ਜਿਹੜੇ ਆ ਉਹ ਕਿੰਨੇ ਕੁ ਰੱਖੇ ਜਾਣਗੇ। ਸੋ ਬਾਈ ਅੱਗੇ ਆ ਜਾਓ, ਸੋ ਤੁਸੀਂ ਆ ਜਾਓ ਬਾਈ ਜੀ ਅੱਗੇ। ਸੋ ਬਾਈ ਇੱਕ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਵੇਟਿੰਗ ਲਿਸਟ ਵਾਲਿਆਂ ਦੀ ਵੀ ਨਹੀਂ ਯਾਰ ਗੱਲ ਸੁਣੀ ਗਈ ਕਿ ਵੇਟਿੰਗ ਲਿਸਟ ਦੇ ਵਿੱਚ ਸੀ, ਇਹਨਾਂ ਨੂੰ ਤਾਂ ਕਮ ਸੇ ਕਮ ਪੁੱਛਿਆ ਜਾਣਾ ਚਾਹੀਦਾ ਸੀ। ਹਾਂਜੀ ਇਹੀ ਹੈ ਜੀ। ਸਾਡੀ 16 ਵੇਲੇ ਵੇਟਿੰਗ ਲਿਸਟ ਬਣੀ ਸੀਗੀ ਜਦੋਂ ਹੀ ਕੈਪਟਨ ਸਰਕਾਰ ਬਣੀ ਹੈ। 2017 ਵੇਲੇ ਸਾਰੀਆਂ ਇਹਨਾਂ ਨੇ ਵੇਟਿੰਗ ਲਿਸਟਾਂ ਅਪਡੇਟ ਕਰਤੀਆਂ। ਉਸ ਤੋਂ ਬਾਅਦ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਹਾਈ ਕੋਰਟ 'ਚ ਵੀ ਅਸੀਂ ਕੇਸ ਲਾਇਆ, ਪਰ ਕਰੋਨਾ ਪੀੜ ਕਰਕੇ ਹੁਣ ਉਹਨਾਂ ਨੇ ਡੇਟਾਂ ਬਹੁਤ ਲੰਮੀਆਂ ਪਾਉਂਦੇ, 6 ਮਹੀਨਿਆਂ ਦੀਆਂ ਤਰੀਕਾਂ ਪਾਉਂਦੇ ਆ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਹੈੱਡਕੁਆਟਰ ਵੀ ਚੰਡੀਗੜ੍ਹ ਗਏ, ਉਹਨਾਂ ਨੇ ਵੀ ਕੋਈ ਸਾਡੀ ਗੱਲ ਨਹੀਂ ਸੁਣੀ। ਭਾਈ ਕਰਦੇ ਕੀ ਹੋ, ਕਿੰਨੀ ਪੜ੍ਹਾਈ ਕੀਤੀ ਆ, ਕਿੰਨੇ ਪੜ੍ਹੇ ਹੋ? ਮੇਰੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਦੋਂ ਮਤਲਬ ਅਸੀਂ ਭਰਤੀ ਦੇਖੀ 2016 'ਚ, ਅਤੇ ਵੇਟਿੰਗ ਲਿਸਟ 'ਚ ਨੰਬਰ ਆਇਆ ਅਤੇ ਸਾਨੂੰ ਆਸ ਵੱਜੀ ਵੀ ਅਸੀਂ ਮਤਲਬ ਭਰਤੀ ਹੋਵਾਂਗੇ, ਪਰ ਸਰਕਾਰ ਨੇ ਵੇਟਿੰਗ ਲਿਸਟ ਨਹੀਂ ਚੱਕੀ ਅਤੇ ਮਤਲਬ ਕਈ ਵਿਦਿਆਰਥੀਆਂ ਨੇ ਉਹ ਜਿਹੜੇ ਹੈਗੇ ਸੀ ਵੇਟਿੰਗ ਲਿਸਟ, ਉਹਨਾਂ ਨੇ ਕੇਸ ਵੀ ਕੀਤਾ, ਪਰ ਅਜੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਇਹੀ ਮੰਗ ਕਰਦੇ ਹਾਂ ਜੋ ਵੇਟਿੰਗ ਲਿਸਟ ਬਣੀ ਹੈ ਉਸ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇ ਅਤੇ ਉਮਰ 'ਚ ਵੀ ਮਤਲਬ ਵਾਧਾ ਕੀਤਾ ਜਾਵੇ। ਜੇਕਰ ਇੱਥੇ ਕਾਨੂੰਨੀ ਤੌਰ ਤੇ ਗੱਲ ਕਰੀਏ ਤਾਂ ਇਹੀ ਬਣਦੇ ਆ ਕਿ ਯਾਰ ਵੇਟਿੰਗ ਲਿਸਟ ਦੇ ਆਧਾਰ ਤੇ ਵੇਟਿੰਗ ਲਿਸਟ ਨੂੰ ਤਾਂ ਪਹਿਲ ਤੇ ਚੱਕਣਾ ਬਣਦਾ ਸੀ, ਵੇਟਿੰਗ ਲਿਸਟ ਨੂੰ ਤਾਂ ਪਹਿਲ ਤੇ ਚੱਕਣਾ ਚਾਹੀਦਾ ਕਿ ਭਾਈ ਜਿਹੜੇ ਮੁੰਡਿਆਂ ਨੇ ਤਿਆਰੀਆਂ ਕੀਤੀਆਂ 2016 ਤੋਂ ਉਡੀਕ ਕਰਦੇ ਆ, ਉਹਨਾਂ ਦੇ ਮਾਪੇ ਹੀ ਉਡੀਕ ਕਰਦੇ ਕਿ ਭਾਈ ਸਾਡੇ ਜਵਾਕ ਜਿਹੜੇ ਆ ਪੰਜਾਬ ਪੁਲਿਸ ਵਿੱਚ ਜਾਣਗੇ, ਪਰ ਹਾਲੇ ਵੀ ਉਹ ਆਪਣੇ ਹੱਥਾਂ ਦੇ ਵਿੱਚ ਵੇਟਿੰਗ ਲਿਸਟਾਂ ਲੈ ਕੇ ਖੜੇ ਆ ਕਿ ਸਰਕਾਰ ਤੱਕ ਗੁਹਾਰ ਲਾਉਂਦੇ ਆ ਕਿ ਭਾਈ ਵੇਟਿੰਗ ਲਿਸਟ ਚੱਕ ਲਓ। ਉਸ ਤੋਂ ਬਾਅਦ ਜੇ ਵੇਟਿੰਗ ਲਿਸਟ ਨਹੀਂ ਚੱਕਣੀ ਤਾਂ ਸਾਡੀ ਜਿਹੜੇ ਆ ਉਮਰ ਦੇ ਵਿੱਚ ਵਾਧਾ ਕਰ ਦਿਓ ਕਿ ਭਾਈ 32 ਸਾਲ ਤੱਕ ਵਾਲੇ ਜਿਹੜੇ ਰੱਖੇ ਜਾਣ। ਬਾਈ ਜੀ ਕਿੰਨਾ ਪੜ੍ਹੇ ਹੋ? ਸਰ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਰ। ਮੈਂ ਸਭ ਤੋਂ ਪਹਿਲਾਂ ਮੈਂ 2012 ਦੇ ਵਿੱਚ ਭਰਤੀ ਆਈ ਸੀ ਜੀ, ਅਤੇ ਉਹ ਦੇਖੀ ਮੈਂ ਉਦੋਂ BA ਸੈਕਿੰਡ ਈਅਰ ਦੇ ਵਿੱਚ ਪੜ੍ਹ ਰਿਹਾ ਹੈਗਾ ਸੀ। ਅਤੇ ਉਸ ਤੋਂ ਬਾਅਦ ਜਦੋਂ ਭਰਤੀ ਆਈ ਅਤੇ ਮੈਂ ਓਨਲੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਅਪਲਾਈ ਕੀਤਾ ਸੀ, ਅਤੇ ਉਸ ਤੋਂ ਬਾਅਦ ਜਦੋਂ ਮੈਂ ਅਪਲਾਈ ਕੀਤਾ ਅਤੇ ਉਹ ਡਿਸਟ੍ਰਿਕਟ ਵਾਈਜ਼ ਮੈਰਿਟ ਬਣੀ, ਅਤੇ ਉਸ ਤੋਂ ਬਾਅਦ ਉਹਦੇ ਵਿੱਚ ਮੇਰੇ 25 ਨੰਬਰ ਹੈਗੇ ਜੀ, ਅਤੇ ਜਿਹੜੀ ਮੈਰਿਟ ਉਹ 26 'ਤੇ ਚਲੀ ਗਈ। ਅਤੇ ਉਸ ਤੋਂ ਬਾਅਦ ਮੈਨੂੰ ਆਸ ਸੀ, ਮੈਂ ਕਿਹਾ ਚਲੋ ਮੈਂ ਗ੍ਰੈਜੂਏਸ਼ਨ ਕਰ ਲੂੰਗਾ ਅਤੇ ਮੈਂ ਅਗਲੀ ਭਰਤੀ ਲਈ ਟਰਾਈ ਕਰੂੰਗਾ ਜੀ। ਅਤੇ ਉਸ ਤੋਂ ਬਾਅਦ ਜਦੋਂ ਅਗਲੀ ਭਰਤੀ ਆਈ ਤਾਂ ਇਹਨਾਂ ਨੇ 2016 ਦੇ ਵਿੱਚ ਉਹ ਪ੍ਰੋਸੈਸ ਸਾਰਾ ਚੇਂਜ ਕਰਤਾ ਜੀ, ਅਤੇ ਉਹਦੇ ਵਿੱਚ ਇਹਨਾਂ ਨੇ ਪਰਸੈਂਟੇਜ ਅਤੇ ਹਾਈਟ ਨੂੰ ਪਹਿਲ ਦਿੱਤੀ ਗਈ, ਅਤੇ ਉਹਦੇ ਵਿੱਚ ਮੇਰੀ ਹਾਈਟ 'ਚ ਤਾਂ ਮਤਲਬ ਕਿ 6 ਫੁੱਟ ਸੀ ਅਤੇ ਉਹਦੇ 15 ਦੇ 15 ਨੰਬਰ ਲੱਗ ਗਏ ਜੀ। ਅਤੇ ਉਸ ਤੋਂ ਬਾਅਦ ਜਿਹੜੀ ਸਟੱਡੀ ਦੇ ਵਿੱਚ ਮੇਰੇ ਥੋੜ੍ਹੇ ਘੱਟ ਸੀ, 63% ਸੀ, ਉਹਦੇ ਵਿੱਚ ਮੇਰੇ 13 ਨੰਬਰ ਲੱਗੇ, ਟੋਟਲ 28 ਨੰਬਰ ਬਣੇ ਜੀ। ਅਤੇ ਸਾਡੀ ਡੇਟ ਆਫ ਬਰਥ 1992 ਦੀ ਸੀ, ਅਤੇ 1992 ਕਰਕੇ ਇਹਨਾਂ ਨੇ ਜੋ 28 ਨੰਬਰਾਂ ਵਾਲੇ ਚੱਕੇ ਸੀ 99 90 91 ਤੱਕ ਵਾਲੇ ਸਾਰੇ ਕਲੀਅਰ ਕਰਤੇ ਜੀ, ਕਿਉਂਕਿ ਉਹਨਾਂ ਦੀ ਵੱਡੀ ਏਜ ਸੀ, ਉਹ ਓਵਰੇਜ ਹੁੰਦੇ ਸੀ, ਅਤੇ ਸਾਨੂੰ ਇਹਨਾਂ ਨੇ ਵੇਟਿੰਗ ਲਿਸਟ ਦੇ ਵਿੱਚ ਪਾਤਾ ਜੀ। ਉਸ ਤੋਂ ਬਾਅਦ ਕਿਉਂਕਿ ਸਾਡੀ ਉਦੋਂ ਉਮਰ 23 24 ਸਾਲ ਦੀ ਬਣਦੀ ਸੀ, ਇਹਨਾਂ ਨੂੰ ਸਰਕਾਰ ਨੂੰ ਐਂ ਸੀ ਵੀ ਚਲੋ ਇਹ ਅਗਲੀ ਭਰਤੀ ਟਰਾਈ ਕਰ ਲੈਣਗੇ, ਪਰ ਅਗਲੀ ਭਰਤੀ 5 ਸਾਲ ਬਾਅਦ ਨਾ ਆਉਣ ਕਾਰਨ ਦੇ ਅਸੀਂ ਹੁਣ ਸਰ ਓਵਰੇਜ ਹੋ ਗਈ, ਅਤੇ ਹੁਣ ਸਾਰੇ 28 ਤੋਂ ਉੱਪਰ ਚਲੇ ਗਏ। ਅਤੇ ਹੁਣ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ, ਉਮਰ ਦੇ ਵਿੱਚ ਘੱਟੋ ਘੱਟ 1 ਸਾਲ ਦਾ ਜ਼ਰੂਰ ਵਾਧਾ ਕੀਤਾ ਜਾਵੇ, ਜਾਂ ਤਾਂ ਉਮਰ ਦੀ ਕਾਊਂਟਿੰਗ ਆ ਜਿਹੜੀ ਉਹ 2020 ਤੱਕ ਕੀਤੀ ਜਾਵੇ ਜੀ, ਅਤੇ ਜਾਂ ਉਮਰ ਨੂੰ 29 ਸਾਲ ਕੀਤਾ ਜਾਵੇ। ਇੱਕ ਚੀਜ਼ ਦਾ ਗਿਲਾ ਵੀ ਆ ਕਿ ਬਈ ਜਦੋਂ ਸਰਕਾਰਾਂ ਜਾਂਦੀਆਂ ਨੇ ਉਦੋਂ ਕਿਉਂ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ 16 ਦੇ ਵਿੱਚ ਸਰਕਾਰ ਜਾਂਦੀ ਆ ਤਾਂ ਉਦੋਂ ਹੀ ਐਲਾਨੀਆਂ ਜਾਂਦੀਆਂ ਨੇ, ਉਦੋਂ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। ਨਵੀਂ ਸਰਕਾਰ ਆਉਂਦੀ ਆ, ਹਾਲਾਂਕਿ ਕਹਿੰਦੀ ਆ ਅਸੀਂ ਹਰ ਸਾਲ ਜਿਹੜੀ ਆ ਨੌਕਰੀ ਦੇਵਾਂਗੇ, ਪਰ ਨੌਕਰੀ ਦਿੱਤੀ ਨਹੀਂ ਜਾਂਦੀ। ਜਦੋਂ ਉਹਦੇ ਸਰਕਾਰ ਦੇ ਜਾਣ ਦਾ ਵੇਲਾ ਆਉਂਦਾ ਉਦੋਂ ਨੌਕਰੀਆਂ ਐਲਾਨੀਆਂ ਜਾਂਦੀਆਂ ਨੇ। ਇਸ ਚੀਜ਼ ਦਾ ਕਿਤੇ ਨਾ ਕਿਤੇ ਗਿਲਾ ਹੈਗਾ, ਕਿਉਂਕਿ ਸ਼ਾਇਦ ਜੇ 17 ਦੇ ਵਿੱਚ ਭਰਤੀ ਹੁੰਦੀ ਤਾਂ ਤੁਸੀਂ ਅੱਜ ਜਿੰਨੇ ਇੱਥੇ ਖੜੇ ਹੋ ਭਰਤੀ ਹੁੰਦੇ, 18 ਦੇ ਵਿੱਚ ਭਰਤੀ ਹੁੰਦੀ ਤੁਸੀਂ ਭਰਤੀ ਹੁੰਦੇ, 19 ਦੇ ਵਿੱਚ ਭਰਤੀ ਹੁੰਦੀ ਤੁਸੀਂ ਇੰਨੇ ਭਰਤੀ ਹੁੰਦੇ। ਇਸ ਚੀਜ਼ ਦਾ ਗਿਲਾ ਕਿਤੇ ਨਾ ਕਿਤੇ ਹੈ, ਬਹੁਤ ਜ਼ਿਆਦਾ ਗਿਲਾ ਜੀ। ਤੁਸੀਂ ਦੇਖੋ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ, ਅਤੇ ਉਸ ਤੋਂ ਬਾਅਦ ਇਹਨੇ ਜਦੋਂ ਅਸੀਂ ਵੇਟਿੰਗ ਦੇ ਵਿੱਚ ਸਾਨੂੰ ਕੁਛ ਆਸ ਵੱਜੀ, ਇਹਨੇ 2018 ਦੇ ਵਿੱਚ ਐਲਾਨ ਕੀਤਾ ਜੀ, ਅਤੇ ਵੀ ਮੈਂ 4000 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਊਗੀ, ਪਰ ਉਹ ਇੱਕ ਤਰ੍ਹਾਂ ਦਾ ਅਖਬਾਰ 'ਤੇ ਲਿਖਿਆ ਹੀ ਰਹਿ ਗਿਆ, ਅਤੇ ਉਸ ਤੋਂ ਸਰਕਾਰ ਨੇ ਕੋਈ ਮੰਨ ਕੇ ਚਲੋ ਫੋਲੋ ਨਹੀਂ ਕੀਤਾ, ਨਾ ਕੋਈ ਇਸ਼ਤਿਹਾਰ ਦਿੱਤਾ ਜੀ। ਅਤੇ ਉਸ ਤੋਂ ਬਾਅਦ ਇਹਦੀ ਇੱਕ ਥੋੜ੍ਹਾ ਟਾਈਮ ਬਾਅਦ ਇੱਕ ਹੋਰ ਨਿਊਜ਼ ਆਉਂਦੀ ਹੈ ਵੀ ਮੈਂ ਹਰ ਸਾਲ 2000 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਊਗੀ। ਸਾਨੂੰ ਆਸ ਸੀ ਵੀ ਚਲੋ ਅਸੀਂ ਤਿਆਰੀ ਕਰਾਂਗੇ ਵੀ ਹਰ ਸਾਲ ਜਦੋਂ 2000 ਕਾਂਸਟੇਬਲਾਂ ਦੀ ਭਰਤੀ ਹੋਊਗੀ ਤਾਂ ਅਸੀਂ ਟਰਾਈ ਕਰਾਂਗੇ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਵਾਂਗੇ, ਪਰ ਉਹ ਵੀ ਜੀ ਮੰਨ ਕੇ ਚਲੋ ਕੋਈ ਗੌਰ ਨਹੀਂ ਕੀਤੀ ਕਿ ਨਾ 2000 ਕਾਂਸਟੇਬਲਾਂ ਦੀ ਭਰਤੀ ਆਈ ਹੈ ਜੀ। ਅਤੇ ਉਸ ਤੋਂ ਬਾਅਦ ਅਸੀਂ ਡੀਕਦੇ ਅਤੇ 2022 ਦੇ 21 ਦੇ ਵਿੱਚ ਚਲੇ ਗਏ, ਅਤੇ ਹੁਣ ਅਸੀਂ ਸਾਰੇ ਉਭਰੇ ਜਾਂਦੇ। ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਵੀ ਕਾਂਸਟੇਬਲ ਦੀ ਏਜ ਨੂੰ ਵਾਧਾ ਕੀਤਾ ਜਾਵੇ ਜੀ।
ਬਾਈ ਜੀ, ਜਿੱਦਾਂ ਬਾਈ ਨੇ ਦੱਸਿਆ, ਗਿਲਾ ਹੁੰਦਾ ਇਸ ਚੀਜ਼ ਦਾ ਕਿ ਸਰਕਾਰਾਂ ਕਿਉਂ ਜਾਣ ਵੇਲੇ ਹੀ ਇਦਾਂ ਦਾ ਕੁਝ ਕਰਦੀਆਂ ਨੇ। ਚਲੋ ਠੀਕ ਆ, ਜਾਣ ਵੇਲੇ ਕਰਤਾ, ਜਿੰਨੀਆਂ ਕੁ ਅਨਾਉਂਸ ਕੀਤੀਆਂ ਉਨਿਆਂ ਕੁ ਨੂੰ ਤਾਂ ਨੌਕਰੀ ਮਿਲਣੀ ਹੀ ਚਾਹੀਦੀ ਆ, ਉਨਿਆਂ ਕੁ ਨੂੰ ਤਾਂ ਚਾਹੀਦਾ ਕਿ ਯਾਰ ਉਨਿਆਂ ਕੁ ਨੂੰ ਨੌਕਰੀ ਦੇ ਦੇਣ, ਕਿਉਂਕਿ ਹੁਣ ਉਦੋਂ ਦੀ ਇੱਕ ਆਸ ਆ, ਜਾਂ ਕਹਿ ਲਈਏ ਆਪਾਂ ਪੰਜਾਬੀ ਦੇ ਵਿੱਚ ਪਿੰਡਾਂ 'ਚ ਕਹਿੰਦੇ ਆ ਕੁੱਤੇ ਝਾਕ ਆ। ਤੁਸੀਂ 2016 ਤੋਂ ਕੁੱਤੇ ਝਾਕ ਤੇ ਬੈਠੇ ਹੋ ਕਿ ਯਾਰ ਖੌਰੇ ਸਾਡੀ ਵੇਟਿੰਗ ਲਿਸਟ ਦੇ ਵਿੱਚੋਂ ਸਾਡਾ ਨਾਮ ਚੱਕਿਆ ਜਾਵੇ, ਇਹ ਚੀਜ਼ ਦਾ ਗਿਲਾ ਹੁੰਦਾ। ਹਾਂਜੀ ਬਾਈ, ਪੂਰਾ ਗਿਲਾ ਹੀ ਹੈ। ਅਸੀਂ 2016 ਦੇ ਵਿੱਚ ਜੋ ਭਰਤੀ ਦੇਖੀ ਸੀ, ਜਦੋਂ ਸਕਸੈਸ ਨਹੀਂ ਹੋਏ, ਅਸੀਂ ਉਦੋਂ ਦੇ ਰਿਟਨ ਪੇਪਰ ਦੀ ਤਿਆਰੀ ਕਰਨ ਲੱਗੇ ਹੋਏ ਆ ਹੁਣ ਤੱਕ। ਹੁਣ ਜਦੋਂ 2000 ਸਾਨੂੰ ਇਹ ਸੀ ਕਿ 2020 ਤੱਕ ਵੀ ਜੇ ਇਹ ਭਰਤੀ ਕਰਦੇ ਤਾਂ ਵੀ ਸਾਡੀ ਏਜ ਆ ਜਾਂਦੀ, ਪਰ ਹੁਣ ਜਦੋਂ 2021 ਆ ਗਿਆ, ਹੁਣ ਸਾਡਾ ਕੋਈ ਚਾਂਸ ਹੀ ਨਹੀਂ ਹੈਗਾ ਜੀ। ਤੇ ਹੁਣ ਜਿਹੜੇ ਅਸੀਂ 4 ਸਾਲ 3 ਸਾਲਾਂ ਦੀ ਪੜ੍ਹਾਈ ਦੇ ਖਰਾਬ ਕੀਤੇ ਜੀ, ਹੁਣ ਅਸੀਂ ਉਹਦੇ ਜਿਹੜੀ ਇਹ ਪੜ੍ਹਾਈ ਕਰ ਰਹੇ ਸੀ, ਸਾਡਾ ਟੈਸਟ ਕਲੀਅਰ ਵਾਸਤੇ ਅਸੀਂ ਪੜ੍ਹਾਈ ਕਰੀ ਗਏ, ਪਰ ਹੁਣ ਜੋ ਦੇਖਿਆ ਹੁਣ ਸਾਡੇ ਸਾਰੇ ਸੁਪਨੇ ਟੁੱਟ ਗਏ ਜੀ। ਪੰਜਾਬ ਪਾਲਿਸੀ ਕਿਉਂ? ਸ਼ੁਰੂ ਸ਼ੌਂਕ ਹੈ ਜੀ ਕਿਸੇ ਸੇਵਾ ਕਰਨੀ ਹੈ ਜੀ ਆਪਣੇ ਪੰਜਾਬ ਦੀ ਜੀ, ਸ਼ੌਂਕ ਹੀ ਬਸ ਇਸ ਭਰਤੀ ਦੇ ਜੀ। ਸਾਨੂੰ ਬਹੁਤ ਵਾਰੀ ਦੇਖੀਏ ਜੀ, 2016 'ਚ ਨਹੀਂ ਕਾਮਯਾਬ ਹੋਏ ਜੀ, ਸਾਨੂੰ ਆਏ ਸੀ ਕਿ 2020 ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ, ਕਿਉਂਕਿ ਕੈਪਟਨ ਸਾਹਿਬ ਜਦੋਂ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਆਉਣ ਸਾਲ ਜਦੋਂ ਵੀ ਕੈਪਟਨ ਸਰਕਾਰ ਬਣੂਗੀ, ਅਸੀਂ ਸਭ ਤੋਂ ਪਹਿਲਾਂ ਭਰਤੀ ਪੰਜਾਬ ਪੁਲਿਸ ਦੀ ਕਰਾਂਗੇ 4000 ਦੀ, ਪਰ ਉਹ 4000 ਭਰਤੀ 2021 ਤੱਕ ਵੀ ਨਹੀਂ ਆਈ ਜੀ ਹਜੇ ਤੱਕ ਇਹਨਾਂ ਦੀ। ਸਾਨੂੰ ਇਹੀ ਉਮੀਦ ਹੈ ਕਿ ਹਜੇ ਵੀ ਸਾਡੀ ਉਮਰ ਦੀ ਹੱਦ ਵਧਾ ਦੇਣ ਤਾਂ ਅਸੀਂ ਆਪਦਾ ਸੁਪਨਾ ਪੂਰਾ ਕਰ ਸਕਦੇ ਹਾਂ। ਸ਼ਾਇਦ ਵੱਧ ਨੌਜਵਾਨੀ ਤਾਂ ਵੋਟਾਂ ਹੀ ਇਸ ਕਰਕੇ ਪਾਈਆਂ ਹੋਣਗੀਆਂ ਕਿ ਭਾਈ 2000 ਸਾਲ ਦੇ। ਸਾਨੂੰ ਇਹ ਸੀ ਕਿ ਜੀ ਆਏ ਸਾਲ 2000 ਭਰਤੀ ਹੋਇਆ ਕਰੂਗੀ, ਕਿ ਜਿਵੇਂ ਦੂਸਰੀਆਂ ਸਰਕਾਰਾਂ 5 ਸਾਲਾ ਯੋਜਨਾਵਾਂ ਬਣਾਈ ਬੈਠੀਆਂ ਪੜ੍ਹਾਈ ਨੂੰ, ਇਹ ਭਰਤੀਆਂ ਨੂੰ ਜੀ, ਕਿ ਸਾਡੀ ਕਿ ਇਹ ਆਏ ਸਾਲ 2000 ਭਰਤੀ ਕਰਿਆ ਕਰਨਗੇ ਤਾਂ ਅਸੀਂ ਦੇਖ ਲਿਆ ਕਰਾਂਗੇ ਜੀ। ਬਾਈ ਉੱਦਾਂ ਇਸ ਤੋਂ ਬਿਨਾਂ ਜਿੱਦਾਂ ਚਲੋ ਠੀਕ ਆ, ਆਪਾਂ ਭਰਤੀਆਂ ਦੇਖ ਰਹੇ ਹਾਂ, ਕੀ ਕਰਦੇ ਹੋ? ਵੈਸੇ ਤਾਂ ਇਹ ਐਗਰੀਕਲਚਰ ਕਰਦੇ ਆ, ਤੁਹਾਨੂੰ ਪਤਾ ਹੀ ਸਾਰੇ ਜੀ ਜਿੰਨੇ ਵੀ ਆਪਾਂ ਖੜੇ ਆ ਮਿਡਲ ਕਲਾਸ ਫੈਮਿਲੀ ਨਾਲ ਸੰਬੰਧਿਤ ਹੈ। ਤੁਹਾਨੂੰ ਪਤਾ ਜੀ ਕਿੰਨੀ ਮਹਿੰਗਾਈ ਹੋ ਗਈ, ਨਹੀਂ ਗੁਜ਼ਾਰਾ ਹੋ ਸਕਦਾ ਜੀ, ਪਰ ਅਸੀਂ ਫਿਰ ਵੀ ਪੰਜਾਬ ਪੁਲਿਸ ਦਾ ਸਾਨੂੰ ਜਨੂਨ ਹੈ, ਸ਼ੁਰੂ ਤੋਂ ਜਨੂਨ ਹੈ, ਛੋਟੇ ਹੁੰਦਿਆਂ ਤੋਂ ਕਹਿ ਲਓ, ਤੇ ਇਹ ਸਾਡਾ ਸੁਪਨਾ ਹਜੇ ਤੱਕ ਪੂਰਾ ਨਹੀਂ ਹੋ ਸਕਿਆ ਵੀ ਮੰਨ ਗਿਆ। ਅਸੀਂ ਇਹੀ ਮੰਨ ਗਿਆ ਕਿ ਹੁਣ ਮੈਂ ਕੈਪਟਨ ਸਾਹਿਬ ਤੋਂ ਉਮੀਦ ਕਰਦੇ ਹਾਂ ਵੀ ਸਾਡੀ ਜਿਹੜੀ ਏਜ ਆ ਉਹ ਜਰਨਲ ਕੈਟਾਗਰੀ 18 ਤੋਂ 32 ਸਾਲ ਹੋਣੀ ਜ਼ਰੂਰੀ ਹੈ। 28 ਤੋਂ 32 28 ਤਾਂ ਹੈਗੀ ਸੀ, 18 ਤੋਂ ਮੰਨ ਕੇ ਚਲੋ ਜੀ 32 ਹੁੰਦੀ ਹੈ ਜਿਹੜੀ। ਹਾਂਜੀ, ਕਾਂਸਟੇਬਲ, ਹੈੱਡ ਕਾਂਸਟੇਬਲ ਸਾਰਿਆਂ ਦੀ ਜੀ। ਤੇ ਉਹੀ ਆ ਵੀ ਹੁਣ ਅਸੀਂ ਮੰਨ ਕੇ ਮਹਿਕਮੇ ਦੇ ਵਿੱਚ ਆ ਕੇ ਸੇਵਾ ਨਿਭਾ ਸਕੀਏ ਜੀ ਆਪਣੀ ਪ੍ਰੋਪਰ, ਤੇ ਇਹੀ ਉਮੀਦ ਕਰਦੇ ਹਾਂ ਜੀ। ਤੇ ਇੱਕ ਵੇਟਿੰਗ ਲਿਸਟ ਨੂੰ ਵੀ ਵਿਚਾਰਿਆ ਜਾਵੇ ਜੀ, ਜਿਹੜੇ ਵੇਟਿੰਗ ਲਿਸਟ ਦੇ ਵਿੱਚ ਆਪਣੇ 4.5 ਸਾਲ ਤੋਂ ਧੱਕੇ ਖਾ ਰਹੇ ਆ, ਹਾਈ ਕੋਰਟ ਦੇ ਚੱਕਰ ਲਗਾ ਰਹੇ ਆ, ਨਹੀਂ ਕੋਈ ਸੁਣਵਾਈ ਹੋ ਰਹੀ, 6-6 ਮਹੀਨੇ ਦੀਆਂ ਜਿਹੜੀਆਂ ਤਰੀਕਾਂ ਲੰਮੀਆਂ ਪੈਂਦੀਆਂ ਉਹ ਟਾਲ ਦਿੰਦੇ ਆ। ਕਰੋਨਾ ਪਿਛਲਾ ਸਾਲ ਜੀ ਕੋਈ ਤਰੀਕ ਹੀ ਨਹੀਂ ਪਈ, 1.5 ਸਾਲ ਹੋ ਗਏ ਵੇਟਿੰਗ ਲਿਸਟ ਦੀ, ਹਾਈ ਕੋਰਟ ਦੇ ਵਿੱਚ ਕਹਿ ਰਹੇ ਕਰੋਨਾ ਆਫਲਾਈਨ ਹੋ ਗਿਆ, ਇੱਦਾਂ ਹੋ ਗਿਆ, ਅੱਜ ਵੀ ਕੋਈ ਸੁਣਵਾਈ ਨਹੀਂ ਉਹ ਚੀਜ਼ ਦੀ ਹੋ ਰਹੀ। ਹੁਣ 5 ਮਈ ਤਰੀਕ ਹੈ, ਨਾ ਕੋਈ ਉੱਥੇ ਸਾਨੂੰ ਸੁਣਿਆ ਜਾਂਦੀ ਸਾਡੀ ਕੋਈ ਗੱਲਬਾਤ। ਤੇ ਅਸੀਂ ਉਹੀ ਕਹਿੰਦੇ ਹਾਂ ਵੀ ਸਭ ਤੋਂ ਪਹਿਲਾਂ ਮਹਿਕਮਾ ਇਹ ਡਿਸਕਸ ਕਰੇ, ਵੇਟਿੰਗ ਲਿਸਟ ਵੀ ਚੱਕੀ ਜਾਵੇ, ਤੇ ਜਿਹੜੀ ਏਜ ਹੈ ਉਹ ਜਰਨਲ ਕੈਟਾਗਰੀ ਮੈਂ ਇਹੀ ਦੁਬਾਰਾ ਫਿਰ ਬੇਨਤੀ ਕਰਦਾ ਵੀ ਉਹ 32 ਸਾਲ ਵੱਧ ਤੋਂ ਵੱਧ ਹੋਵੇ ਜਰਨਲ ਇਸ ਕੈਟਾਗਰੀ। ਚੀਜ਼ ਦੀ ਹੋਰ ਗੁਹਾਰ ਕਿੱਥੇ ਲਗਾਈਏ ਕਿ ਭਾਈ 32 ਸਾਲ ਤੱਕ ਏਜ ਹੋਣੀ ਚਾਹੀਦੀ, ਇਸ ਤੋਂ ਪਹਿਲਾਂ ਗੁਹਾਰ ਲਗਾ ਚੁੱਕੇ ਹਾਂ? ਦੇਖੋ ਜੀ, ਅਸੀਂ ਪਹਿਲਾਂ ਆਪਣੇ ਰਾਜਾ ਵੜਿੰਗ ਸਾਹਿਬ ਨੂੰ ਮਿਲੇ ਸੀਗੇ ਜੀ, ਤੇ ਉਹਨਾਂ ਨੂੰ ਵੀ ਅਸੀਂ ਇਹੀ ਗੱਲ ਆਖੀ ਸੀ ਵੀ ਸਾਡੀ ਜਿਹੜੀ ਏਜ ਆ ਉਹ 32 ਸਾਲ ਹੋਣੀ ਚਾਹੀਦੀ ਹੈ ਜਰਨਲ ਕੈਟਾਗਰੀ ਦੀ। ਬਾਕੀ ਕੈਪਟਨ ਸਾਹਿਬ ਨੇ ਇੱਕ ਵਾਰ ਆਪ ਖੁਦ ਵੀ ਲਾਈਵ ਹੋਏ ਸੀਗੇ, ਉਹ ਆਏ ਸੀਗੇ, ਉਹਨਾਂ ਨੇ ਇਹੀ ਗੱਲ ਆਖੀ ਸੀ ਵੀ ਜਿਹੜੀ DSP ਜਾਂ SI ਦੀ ਏਜ ਹੈ ਉਹ ਅਸੀਂ 32 ਸਾਲ ਕਰਾਂਗੇ, ਪਰ ਹਜੇ ਤੱਕ ਉਹ ਵੀ ਕਿਤੇ ਮੈਂਸ਼ਨ ਨਹੀਂ ਹੋਈ ਉਹ ਗੱਲ। ਤੇ ਅਸੀਂ ਇਹ ਵੀ ਕਹਿੰਦੇ ਵੀ ਨਾਲ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਦੀ ਵੀ ਜਿਹੜੀ ਏਜ ਆ ਉਹ ਵੀ 32 ਸਾਲ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਨੌਜਵਾਨ ਵਰਗ ਹੈ, ਜਿਹੜਾ 92 ਜਿਹੜੀ ਡੇਟ ਆਫ ਬਰਥ ਜ਼ਿਆਦਾ 92 ਵਾਲੇ ਆ ਜਿਹੜੇ, ਉਹ ਮੁੰਡੇ ਸਾਰੇ ਓਵਰਏਜ ਹੋ ਚੁੱਕੇ ਆ। 92 ਵਾਲਿਆਂ ਦਾ ਕੀ ਕਸੂਰ ਆ ਜੀ? ਮੰਨ ਕੇ ਹੁਣ ਅਸੀਂ ਕਹਿ ਦਈਏ ਵੀ ਕਰੋਨਾ ਕਰਕੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਖਤਮ ਹੋ ਚੁੱਕੀ ਆ, ਵੀ ਉਹਨੂੰ ਅਸੀਂ ਦੁਬਾਰਾ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਆਪਦੇ ਚਾਨਣ ਲਿਆਉਣਾ ਚਾਹੁੰਦੇ ਵੀ ਜਿਹੜੀ ਏਜ ਸਾਡੀ ਵਧੇ। ਅਸੀਂ ਇਹੀ ਗੱਲ ਕਹਿੰਦੇ ਹਾਂ ਜੀ। ਹੋਰ ਬਾਈ ਜੀ ਕਿਸੇ ਨੇ ਕੁਝ ਕਹਿਣਾ ਹੋਵੇ? ਹਾਂਜੀ ਬਾਈ ਜੀ। ਵੀਰੇ ਇਹੀ ਕਹਿਣੇ ਆ ਵੀ ਅਸੀਂ ਉਦੋਂ ਤੋਂ 2017 'ਚ ਅਸੀਂ ਵੀ ਐਪਲੀਕੇਸ਼ਨ ਦਿੱਤੀ ਸੀ ਸਰਕਾਰ ਨੂੰ ਵੀ ਤੁਸੀਂ ਇਹਦੇ ਪੇਪਰ ਰੱਖਣਾ ਚਾਹੀਦਾ। ਇੱਕ ਮੰਨ ਲ ਅੱਜ ਦਾ ਜ਼ਮਾਨਾ ਆ ਗਿਆ ਹੈ ਨਾ, ਐਡਵਾਂਸ ਹੈ, ਮੈਂਟਲ ਐਬਿਲਿਟੀ ਜਾਂ ਫਿਜ਼ੀਕਲ ਫਿਟ ਦੇ ਨਾਲ ਮੈਂਟਲ ਐਬਿਲਿਟੀ ਵੀ ਉਨੀ ਜ਼ਰੂਰੀ ਹੈ। ਸੋ ਉਹਦੇ ਲਈ ਉਦੋਂ ਤੋਂ ਅਸੀਂ ਪੇਪਰ ਸਰਕਾਰ ਨੇ ਰੱਖਿਆ, ਖੁਸ਼ੀ ਹੋਈ ਸਾਨੂੰ ਵੀ ਸਾਡਾ ਨਾਂ ਆਊਗਾ। ਅਸੀਂ ਉਦੋਂ ਤਿਆਰੀ ਕਰ ਰਹੇ ਹਾਂ, ਫਿਜ਼ੀਕਲ ਫਿਟਨੈਸ ਲਈ ਵੀ ਤਿਆਰੀ ਕਰ ਰਹੇ ਹਾਂ। ਹੁਣ ਫਿਰ ਉਹੀ ਹੋ ਗਿਆ ਵੀ ਅਸੀਂ ਓਵਰੇਜ ਹੋ ਗਏ, ਕੋਈ ਮਹੀਨਾ, ਕੋਈ 6 ਮਹੀਨੇ, ਕੋਈ ਕਿਵੇਂ, ਕੋਈ ਸਾਲ। ਤੋਂ ਸਾਨੂੰ ਆਹੀ ਉਮੀਦ ਕਰਦੇ ਹਾਂ ਵੀ ਉਮਰ ਜਿਹੜੀ 32 ਸਾਲ ਕੀਤੀ ਜਾਵੇ ਹਰ ਹਾਲਤ 'ਚ। ਸਾਡੇ ਕੋਲ ਆਹੀ ਲਾਸਟ ਚਾਂਸ ਹੈ। ਅਸੀਂ 3-4 ਸਾਲਾਂ ਤੋਂ ਲਗਾਤਾਰ, ਹੁਣ ਤੁਸੀਂ ਐਂ ਲਾ ਲਓ ਵੀ ਇੱਕ ਪੇਂਡੂ ਫੈਮਿਲੀ ਤੋਂ ਐਗਰੀਕਲਚਰ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ, ਸੋ ਰੋਜ਼ ਆ ਕੇ ਕੋਚਿੰਗ ਲੈਣੀ ਬਹੁਤ ਸਾਡੇ ਲਈ ਡਿਫੀਕਲਟ ਹੈ। ਸੋ ਹੁਣ ਸਰਕਾਰ ਸਾਡੀ ਇੰਨੀ ਗੱਲ ਤਾਂ ਜ਼ਰੂਰ ਸੁਣੇ ਅਤੇ ਅਸੀਂ ਦੁਬਾਰਾ ਸੈੱਟ ਹੋਈ ਆ ਲਾਈਫ 'ਚ। ਜੀ। ਹੋਰ ਬਾਈ ਜੀ ਕਿਸੇ ਨੇ ਕੁਝ ਕਹਿਣਾ ਹੋਵੇ? ਸੋ ਇਹ ਨੌਜਵਾਨ ਗੁਹਾਰ ਲਗਾ ਰਹੇ, ਨੌਜਵਾਨਾਂ ਦੀ ਬੇਨਤੀ ਆ, ਪੰਜਾਬ ਸਰਕਾਰ ਤੱਕ ਬੇਨਤੀ ਆ। ਵੱਡੀ ਗੱਲ ਮੈਂ ਤਾਂ ਆਪਣੇ ਅਦਾਰੇ ਦੇ ਰਾਹੀਂ ਵੀ ਕਹਿਣਾ ਚਾਹੂੰਗਾ ਕਿ ਇਹ ਵੇਟਿੰਗ ਲਿਸਟ 'ਤੇ ਹੀ ਗੌਰ ਕੀਤੀ ਜਾਵੇ। ਇਹ ਵੇਟਿੰਗ ਲਿਸਟ ਦੇ ਵਿੱਚ ਜਿੰਨੇ ਕੁ ਨੌਜਵਾਨ ਆ, ਮੈਨੂੰ ਲੱਗਦਾ ਹਰ ਇੱਕ ਦਾ ਨਾਮ ਆ ਬਾਈ ਜੀ ਵੇਟਿੰਗ ਲਿਸਟ ਦੇ ਵਿੱਚ ਹਰ ਨੌਜਵਾਨ ਦਾ ਨਾਮ ਆ। ਸੋ ਇੱਕ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ
ਪੰਜਾਬੀ ਦੇ ਵਿੱਚ ਆਪਾਂ ਪਿੰਡਾਂ ਦੇ ਵਿੱਚ ਅਕਸਰ ਕਹਿ ਦਿੰਦੇ ਆ ਕਿ ਕੁੱਤੇ ਝਾਕਤੀ 2016 ਦੇ ਬੈਠੇ ਆ। ਤਰੀਕਾਂ ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਹੁਣ ਕਰੋਨਾ ਦੇ ਦੌਰ ਦੇ ਵਿੱਚ ਤਾਂ ਤਰੀਕਾਂ ਵੀ ਨਹੀਂ ਪਈਆਂ। ਚਲੋ ਸਰਕਾਰ ਨੂੰ ਇੰਨੀ ਗੱਲ ਹੀ ਕਹਿ ਦੀ ਕਿ ਕਰੋਨਾ ਦਾ ਦੌਰ ਮੰਨ ਕੇ ਹੀ ਤੁਸੀਂ 1 ਸਾਲ 2 ਸਾਲ 3 ਸਾਲ ਤੱਕ ਜਿਹੜੀ ਉਮਰ ਦੇ ਵਿੱਚ ਵਾਧਾ ਕੀਤਾ ਜਾਵੇ। ਇਹਨਾਂ ਨੇ ਕਿਹਾ ਕਿ ਜਿੱਦਾਂ ਅਸੀਂ ਸਰਕਾਰਾਂ ਤੱਕ ਗੁਹਾਰ ਲਗਾਈ, ਉੱਪਰ ਤੱਕ ਵੀ ਪਹੁੰਚੇ, ਬਹੁਤ ਪਹੁੰਚ ਕੀਤੀ ਹੈ, ਪਰ ਹਾਲੇ ਤੱਕ ਕੁਝ ਵੀ ਸਾਡੀ ਜਿਹੜੀ ਆ ਸੁਣਵਾਈ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਇੱਕ ਟਵੀਟ ਵੀ ਕੀਤਾ ਸੀ, ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ। ਇਸ ਟਵੀਟ ਦੇ ਵਿੱਚ ਉਹ ਖੁਦ ਕਹਿ ਰਹੇ ਆ ਕਿ ਭਾਈ ਅਸੀਂ ਡੀਐਸਪੀ ਤੇ ਸਬ ਇੰਸਪੈਕਟਰ ਦੀ ਭਰਤੀ ਦੇ ਵਿੱਚ ਜਿਹੜੀ ਉਮਰ ਆ ਉਹ 28 ਸਾਲ ਸੀ, ਉਸ ਤੋਂ 32 ਸਾਲ ਕਰਾਂਗੇ। ਸੋ ਇਹ ਸਾਡੀ ਵੀ ਗੁਹਾਰ ਆ ਪੰਜਾਬ ਸਰਕਾਰ ਤੱਕ ਕਿ ਇਹਨਾਂ ਨੌਜਵਾਨਾਂ ਬਾਰੇ ਜ਼ਰੂਰ ਸੋਚਿਆ ਜਾਵੇ, ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਨੇ, ਪੇਂਡੂ ਤਬਕੇ ਦੇ ਨਾਲ ਸੰਬੰਧਿਤ ਨੇ, ਛੋਟੇ ਘਰਾਂ ਤੋਂ ਨੇ ਸਾਰੇ। ਤਾਂ ਹਰ ਇੱਕ ਨੂੰ ਹੁੰਦਾ ਹੈ ਕਿ ਮਾਪਿਆਂ ਨੂੰ ਵੀ ਹੁੰਦਾ ਹੈ ਕਿ ਸਾਡਾ ਪੁੱਤ ਕਿਸੇ ਨਾ ਕਿਸੇ ਨੌਕਰੀ ਤੇ ਲੱਗੂਗਾ, 4 ਪੈਸੇ ਕਮਾਊਗਾ। ਜਿੱਦਾਂ ਬਾਈ ਹੋਰਾਂ ਨੇ ਦੱਸਿਆ ਕਿ ਮਹਿੰਗਾਈ ਦਾ ਜ਼ਮਾਨਾ, ਦੱਸਣ ਦੀ ਜ਼ਰੂਰਤ ਨਹੀਂ ਮਹਿੰਗਾਈ ਕਿਸ ਕਦਰ ਜਿਹੜੀ ਆ ਵੱਧ ਰਹੀ ਆ। ਸੋ ਇਸ ਰਿਪੋਰਟ ਦੇ ਨਾਲ ਅੱਗੇ ਵੀ ਬਣੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।